जंगी पद्धर दे उत्ते 3 काले कानूनां नाल जूझदे जांबाज पंजाबी। सवाल पग ते आ गया, साडी अणख ते आ गया, साडी होंद ते आ गया और साडे सरमाए ते जिहड़ा पीढ़ी दर पीढ़ी बनाया होया है उहदे ते आ गया। एकजुट होके संगठित होके लड़ाई लड़न ते आ गया, क्योंकि कश्ती डूबेगी तो डूबेंगे सारे, कोई नहीं बचेंगे साथी हमारे। साडे प्राण ने किसान, ते जे किसान ना रहा लभना कोई नहीं। इस करके अज इनकलाब के नारे नूं हलारा देण दी सख्त जरूरत है, पर पहला समस्या नूं समझण दी लोड़ है। APMC ਦੀਆਂ ਮੰਡੀਆਂ ਤੇ ਜਿਹੜਾ ਸਕਸੈਸਫੁਲ MSP ਦਾ ਮਾਡਲ ਹੈ ਇਹ ਹੋਂਦ 'ਚ ਕਿਵੇਂ ਆਇਆ? ਗ੍ਰੀਨ ਰੈਵੋਲੂਸ਼ਨ ਦੀ ਲੋੜ ਪੰਜਾਬ ਨੂੰ ਸੀ? ਬਿਲਕੁਲ ਨਹੀਂ, ਇਹ ਹਿੰਦੁਸਤਾਨ ਨੂੰ ਲੋੜ ਸੀ ਔਰ ਸਾਰੇ ਦੇਸ਼ ਦਾ ਢਿੱਡ ਭਰਨ ਦੀ ਜਿਹੜੀ ਜ਼ਿੰਮੇਵਾਰੀ ਹੈ ਉਹ ਪੰਜਾਬ ਤੇ ਹਰਿਆਣੇ ਦੇ ਕਿਸਾਨਾਂ ਨੇ ਚੁੱਕੀ। 2% ਲੋਕ 60% ਨੂੰ ਰਜਾਉਂਦੇ ਨੇ। ਅੰਨਦਾਤਾ ਦਾ ਨਾਮ ਉਦੋਂ ਆਇਆ ਔਰ ਉਹ 5-6 ਪੀੜ੍ਹੀਆਂ ਦੀ ਮਿਹਨਤ ਲੱਗ ਕੇ ਸਰਕਾਰਾਂ ਦੀ ਇਨਵੈਸਟਮੈਂਟ ਲੱਗ ਕੇ ਤਾਂ ਜਾ ਕੇ ਇਹ ਇਨਫਰਾਸਟ੍ਰਕਚਰ ਬਣਿਆ। ਦੇਸ਼ ਦੇ 80 ਕਰੋੜ ਗਰੀਬ ਨੂੰ ਅੰਨ ਕੌਣ ਦਿੰਦਾ? ਕਿਤੇ ਗਲਤਫਹਿਮੀ 'ਚ ਨਾ ਰਹੀਓ ਵੀ ਦੇਸ਼ ਦਾ ਪੂੰਜੀਪਤੀ ਦਿੰਦਾ ਹੈ ਜਾਂ ਸਰਕਾਰਾਂ ਦਿੰਦੀਆਂ ਨੇ, ਨਹੀਂ, ਇਹ ਕਿਸਾਨ ਦਿੰਦਾ। ਮੈਂ ਸਮਝਾਉਣਾ ਕਿੱਦਾਂ। 1980 ਤੋਂ ਦੇਖ ਲਓ, ਇੰਪਲੋਈ ਦੀ ਜਿਹੜੀ ਇਨਕਮ ਹੈ ਉਹਦੀ ਤਨਖਾਹ ਹੈ 200%, ਕਿਸੇ ਦੀ 400%, ਜਿਹੜਾ ਪ੍ਰਾਈਵੇਟ ਕੰਪਨੀਆਂ 'ਚ ਕੰਮ ਕਰਦਾ ਹੈ 500%, 1000 ਗੁਣਾ। ਇਹ ਕੰਪਨੀਆਂ ਦੇ ਜਿਹੜੇ ਇੰਪਲੋਈ ਨੇ 1000 ਗੁਣਾ ਉਹਨਾਂ ਦੀ ਇਨਕਮ ਵਧ ਗਈ, ਲੇਕਿਨ ਕਿਸਾਨ ਦੀ MSP ਸਿਰਫ 15 ਗੁਣਾ ਵਧੀ ਹੈ। MSP ਸਰਕਾਰ ਘੱਟ ਰੱਖਦੀ ਹੈ, ਅਨਾਜ ਸਸਤਾ ਚੁੱਕ ਕੇ ਉਹ ਗਰੀਬਾਂ ਨੂੰ ਵੰਡਦੀ ਹੈ। ਉਹ ਵਡਮੁੱਲਾ ਯੋਗਦਾਨ ਵੀ ਕਿਸਾਨ ਦਾ ਹੈ, ਕਿਸਾਨ ਦੇ ਖੂਨ ਪਸੀਨੇ ਦਾ। MSP ਵਧਾਉਣੀ ਤਾਂ ਕੀ ਸੀ? ਇਹ ਕਾਲੇ ਕਾਨੂੰਨ ਲਿਆ ਕੇ ਸਰਕਾਰ ਕਿਸਾਨਾਂ ਨੂੰ ਦਰਕਿਨਾਰ ਕਰ ਰਹੀ है। यूज एंड थ्रो वाली पॉलिसी है। मतलब निकल गया है तो पहचानते नहीं, यूं जा रहे हैं जैसे हमें जानते नहीं। तो ਜਿਹੜੇ ਸਟੇਟਾਂ 'ਚ ਜਿਹੜੇ ਰਾਜਾਂ ਦੇ ਵਿੱਚ ਇਹ APMC ਦੀਆਂ ਮੰਡੀਆਂ ਪਹਿਲਾਂ ਹੀ ਰੱਦ ਕੀਤੀਆਂ ਜਾ ਚੁੱਕੀਆਂ ਨੇ, ਉੱਥੇ ਪ੍ਰਮਾਣ ਦੇ ਤੌਰ ਤੇ ਦੇਖ ਲਓ ਕਿ ਅੰਨਦਾਤਾ ਦਰ ਦੀਆਂ ਠੋਕਰਾਂ ਖਾਂਦਾ ਹੈ ਤੇ ਲੇਬਰ ਕਰਨ ਤੇ ਮਜਬੂਰ ਹੋਇਆ ਹੋਇਆ। जग जाहिर है कि सिर्फ 6% लोगों को MSP मिलती सी किसानों चों, और जो 94% फ्री मार्केट च घूम रहे हैं उन्होंने हालत देख लो बदनों बदतर। पूंजीपतियों को आउट ऑफ दी वे जिन्होंने लोड़ नहीं, उन्होंने आउट ऑफ दी वे जाके मत करते हो। रेवन्यूज फोरगॉन के 4-5 लाख करोड़ रुपये के हर साल तुम टैक्स छड्डदे हो, उन्होंने टैक्सां दे विच भी छूट दिंदे हो, उन्होंने सबसिडियां भी दिंदे हो, तो जो किसान नूं MSP देनी हुंदी है हाहाकार मच जांदा, उल्टी गंगा बहंदी है। अज तो इकोनॉमी डुब्बी पई है, रिसैशन वाल नूं वध रही है, अज तुसीं किसान मार रहे हो। लेकिन मैं ये पुछदा कि जदों इकोनॉमी 8% ते ग्रो कर रही सी उदों भी इंप्लॉयमेंट जिहड़ी है 0.4% सी, उदों भी फायदा सारा पूंजीपतियां नूं जांदा सी। सारियां पब्लिक सैक्टर कंपनियां मारतियां, भेल मारती, BSNL मारती, ONGC घाटे दे विच जा रही है, बड़े बड़े बैंक अज MPआं दे घाटे दे विच खत्म हो रहे ने, ते हुण तुसीं किसान दी मंडी दे मगर पै गए हो। ये कित्थों दा इंसाफ है? GST वांग ये काले कानून भी स्टेटां दे हक खोल रहे हैं, फैडरल स्ट्रक्चर ते डायरैक्ट अटैक है। GST भी साडे संघी ढांचे दे उत्ते एक बहुत करारा तमाचा सीगा। साडे अधिकार खोए, साडे ही पैसे लैके सानू मोड़े नहीं, सानू मोहताज बनाया, और ये काले कानून भी साडे मंडियां दी इनकम नू खोरा ला रहे हैं। पिछले साल मंडियां तो 3600 करोड़ रुपया, ऐतकी 4000 करोड़ आए, सब लुप्त हो जाओ। ये साडा संघी ढांचा साडे अधिकार पूरी तरह खो लैणे। GST ने व्यापारी मारिया, ये काले कानून किसान मार रहे। 28,000 आड़तीआ जिहड़ा मुੱਢ ਬੰਦਾ ਸੀ ਮੰਡੀਆਂ ਦਾ ਉਹ खत्म हो जाऊ। 4 ਤੋਂ 5 ਲੱਖ मंडी लेबर ਜਿਹੜੇ ਦਸ਼ਕਾਂ ਤੋਂ ਮੰਡੀਆਂ 'ਚ ਕੰਮ कर रहे हैं ਉਹਨਾਂ ਦਾ ਰੁਜ਼ਗਾਰ ਖੋਹ ਲੈਣਗੇ। ਸਾਡੇ ਸਕਸੈਸਫੁਲ ਮੰਡੀ ਮਾਡਲ ਨੂੰ ਪਾਸੇ ਕਰਕੇ ਇਹ ਅਮਰੀਕਾ ਤੇ ਯੂਰਪ ਦਾ ਫੇਲ ਹੋਇਆ ਫ੍ਰੀ ਮਾਰਕੀਟ ਮਾਡਲ ਸਾਡੇ ਤੇ ਮੜ ਰਹੇ ਆ, ਸਾਡੇ ਤੇ ਥੋਪ ਰਹੇ ਆ। ਇੱਕ 2 ਏਕੜ ਜਾਂ 5 ਏਕੜ ਵਾਲਾ ਕਿਸਾਨ ਇਹਨਾਂ ਵੱਡੇ ਵੱਡੇ ਪੂੰਜੀਪਤੀਆਂ ਦੇ ਨਾਲ ਇੱਕ ਫੇਅਰ ਵਪਾਰਿਕ ਡੀਲ ਬਣਾ ਪਾਏਗਾ?
ਕੀ ਉਹਦੀ ਕੋਈ ਬਰਾਬਰੀ ਹੈ? ਕੀ ਉਹ ਕੋਈ ਕਾਬਲ ਵਕੀਲ ਲਿਆ ਕੇ ਇਹਨਾਂ ਦੇ ਸਾਹਮਣੇ ਖੜਾ ਕਰ ਸਕੂ? ਇਹਨਾਂ ਕੋਲ ਤਾਂ ਹਜ਼ਾਰਾਂ ਸਾਧਨ ਨੇ, ਵੱਡੇ ਵੱਡੇ ਵਕੀਲ ਇਹਨਾਂ ਦੇ ਨਾਲ ਹੋਣਗੇ, ਕੰਟਰੈਕਟ ਦੇ ਵਿੱਚ ਘੁੰਡੀਆਂ ਹੋਣਗੀਆਂ, ਮਾਰ ਦੇਣਗੇ। ਤੇ ਜੇ ਕੋਈ ਵਿਵਾਦ ਹੋ ਗਿਆ, ਕੋਈ ਡਿਸਪਿਊਟ ਹੋ ਗਿਆ, ਤੇ ਬੰਦਾ ਸਿਵਲ ਕੋਰਟ 'ਚ ਨਹੀਂ ਜਾ ਸਕਦਾ, ਉਹਨੂੰ ਡੀਸੀ ਜਾਂ ਐਸਡੀਐਮ ਦੇ ਕੋਲ ਜਾਣਾ ਪਊ, ਜਿਹਨੂੰ ਦਿਸ਼ਾ ਨਿਰਦੇਸ਼ ਸੈਂਟਰ ਦੀ ਸਰਕਾਰ ਦਊਗੀ। ਔਰ ਤੁਹਾਡੇ ਐਮਐਲਏ, ਤੁਹਾਡੇ ਮੰਤਰੀ ਦਰਸ਼ਨੀ ਘੋੜੇ ਬਣਾ ਕੇ ਖੜਾ ਕਰ ਦੇਣਗੇ। ਇਹ ਤੁਹਾਡੀ ਕੋਈ ਮਦਦ ਨਹੀਂ ਕਰ ਸਕਣਗੇ। ਉਹ ਹੈ ਨਾ ਧੱਕਾ। ਮੈਂ ਫੇਰ ਚੇਤਾਵਨੀ ਦਿੰਦਾ ਕਿ ਇਹ ਕਾਲੇ ਕਾਨੂੰਨਾਂ ਦਾ ਅਸਰ ਉਹਨਾਂ ਲੋਕਾਂ ਤੇ ਵੀ ਆਊ ਜਿਹੜਾ ਕਿਸਾਨ ਨਹੀਂ ਹੈ। ਫੂਡ ਇਨਫਲੇਸ਼ਨ ਆਊ, ਅੰਨ ਦੀਆਂ ਕੀਮਤਾਂ 7ਵੇਂ ਅਸਮਾਨ ਤੇ ਹੋਣਗੀਆਂ, ਔਰ ਫਾਇਦਾ ਜਿਹੜਾ ਹੈ ਉਹ ਵੱਡੇ ਪੂੰਜੀਪਤੀਆਂ ਨੂੰ ਜਾਊ, ਕਿਸਾਨ ਨੂੰ ਨਹੀਂ ਜਾਣਾ। ਲਿਖ ਲਓ, ਇਸ ਕਾਨੂੰਨ ਤਹਿਤ ਸਰਕਾਰ ਨੇ ਅੰਨ ਨੂੰ ਐਸੈਂਸ਼ੀਅਲ ਕਮੋਡਿਟੀਜ਼ ਚੋਂ ਬਾਹਰ ਕੱਢ ਦਿੱਤਾ ਹੈ, ਹੋਰਡਿੰਗ ਨੂੰ ਲੈਜੀਟਿਮਾਈਜ਼ ਕਰ ਦਿੱਤਾ ਹੈ। ਤੁਸੀਂ ਅਨਾਜ ਨੂੰ ਹੋਰਡ ਕਰੋ ਤੇ ਫਿਰ 50 ਗੁਣਾ ਜਾਂ 100 ਗੁਣਾ ਕੀਮਤਾਂ ਦੇ ਉੱਤੇ ਵੇਚੋ। ਇਹ ਤੇ ਢੇਰਗਰਦੀ ਹੈ। ਇੰਨਾ ਹੀ ਨਹੀਂ, ਇੱਕ ਹੋਰ ਘਾਤਕ ਬਿੱਲ ਤਿਆਰ ਕਰੀ ਬੈਠੇ ਆ, ਵਿਚ ਵਿਲ ਬੀ ਦੀ ਲਾਸਟ ਨੇਲ ਇਨ ਆਰ ਕਾਫਿਨ, ਖਤਮ ਕਰ ਦੂਗਾ ਪੰਜਾਬ ਨੂੰ। ਉਹ ਹੈ ਇਲੈਕਟ੍ਰਿਸਿਟੀ ਅਮੈਂਡਮੈਂਟ ਬਿੱਲ। ਉਹਦਾ ਡਰਾਫਟ ਬਣਾਈ ਬੈਠੇ ਆ, ਜਿੱਦਣ ਚਾਹਣਗੇ 2 ਦਿਨਾਂ ਦੇ ਵਿੱਚ ਉਹਨੂੰ ਪਾਸ ਕਰਕੇ ਪਰੇ ਮੰਨਗੇ। ਤੇ ਹੰਗਾਮਾ ਜ਼ਿਆਦਾ ਹੋ ਰਿਹਾ। ਉਹ ਕੀ ਹੈ ਭਾਈ? ਉਹ ਸਾਰਾ ਦਾ ਸਾਰਾ ਕੰਟਰੋਲ ਪੰਜਾਬ ਰਾਜ ਬਿਜਲੀ ਬੋਰਡ ਦਾ ਹੁਣ ਸੈਂਟਰ ਦੇ ਕੋਲ ਡਾਇਰੈਕਟਲੀ ਚਲਾ ਜਾਊਗਾ। ਔਰ ਤੁਹਾਨੂੰ ਮੈਂ ਇਹ ਦੱਸ ਦਿੰਦਾ, ਉਹਦਾ ਅਸਰ ਸਭ ਤੋਂ ਵੱਡਾ ਪੰਜਾਬ ਦੇ ਉੱਤੇ ਇਹ ਆਊਗਾ ਕਿ ਤੁਹਾਡੀਆਂ ਸਬਸਿਡੀਆਂ ਬੰਦ ਕਰ ਦੇਣਗੇ। ਉਹਦਾ ਰੂਲ ਹੈ ਕਿ ਤੁਸੀਂ ਜੇ ਕਿਸਾਨ ਨੂੰ ਸਬਸਿਡੀ ਦੇਣੀ ਹੈ, ਡਾਇਰੈਕਟ ਬੈਨੀਫਿਟ ਟ੍ਰਾਂਸਫਰ ਕਰਨਾ, ਤੁਸੀਂ ਉਹਦੇ ਬੈਂਕ ਦੇ ਵਿੱਚ ਪੈਸੇ ਪਾਉਣੇ ਆ। ਤੇ ਜਿਹੜੀ ਸਰਕਾਰ ਪਹਿਲਾਂ ਹੀ GST ਨਹੀਂ ਲੈ ਸਕੀ ਔਰ ਅੱਜ ਕਰਜ਼ਾਈ ਹੋਈ ਪਈ ਹੈ, ਉਹ 10,000 ਕਰੋੜ ਰੁਪਈਆ ਕਿਸਾਨਾਂ ਦੇ ਬੈਂਕਾਂ ਦੇ ਵਿੱਚ ਕਿੱਥੋਂ ਪਾਊ? ਖਤਮ ਕਰ ਦੇਣਗੇ ਸਾਡਾ ਸਿਸਟਮ ਸਾਰਾ, ਇਹ ਮੁਹਤਾਜ ਬਣਾ ਦੇਣਗੇ, ਹੱਥ 'ਚ ਠੂਠਾ ਦੇ ਦੇਣਗੇ। ਹੁਣ ਇਹਨਾਂ ਘਾਤਕ ਪਰਿਸਥਿਤੀਆਂ ਦੇ ਵਿੱਚ ਆਪਣੀ ਸਭ ਤੋਂ ਵੱਡੀ ਤਾਕਤ ਇਹ ਹੈ ਕਿ ਸਾਰਾ ਪੰਜਾਬ ਇੱਕ ਮੁੱਠ, ਇੱਕਜੁੱਟ ਹੋ ਕੇ ਕਿਸਾਨਾਂ ਦੇ ਨਾਲ ਖੜਾ ਹੈ। ਪਰ ਇਹਦਾ ਮਤਲਬ ਇਹ ਵੀ ਨਹੀਂ ਵੀ ਸਾਡੇ ਕੋਲ ਇੱਕੋ ਹੀ ਵਿਕਲਪ ਹੈ ਵੀ ਅਸੀਂ ਰੌਲਾ ਪਾਈਏ, ਲਾਲਾ ਲਾਲਾ ਕਰੀਏ ਤੇ ਫਿਰ ਘਰ ਨੂੰ ਮੁੜ ਜਾਈਏ। ਮੇਰੀ ਰਾਜਨੀਤੀ ਸ਼ੁਰੂ ਤੋਂ ਲੈ ਕੇ ਅੱਜ ਤੱਕ ਮੁਸ਼ਕਿਲ ਦਾ ਹੱਲ ਦਿੰਦੀ ਹੈ, ਹੱਲ ਪੱਖੀ ਰਾਜਨੀਤੀ ਹੈ, ਔਰ ਇਸੇ ਦੀ ਜ਼ਰੂਰਤ ਹੈ। ਜੇ ਕੋਈ ਪਾਰਟੀ ਰਾਸ਼ਟਰਪਤੀ ਕੋਲ ਮਤਾ ਲੈ ਕੇ ਜਾਣਾ ਚਾਹੁੰਦੀ ਹੈ ਵੀ ਇਹਨਾਂ ਬਿੱਲਾਂ ਨੂੰ ਰੱਦ ਕਰੋ, ਜੀ ਸੱਦ ਕੇ ਜਾਓ, ਪੁਰਜ਼ੋਰ ਕੋਸ਼ਿਸ਼ ਕਰੋ, ਸਾਰਾ ਪੰਜਾਬ ਤੁਹਾਡੇ ਨਾਲ ਹੈ। ਪਰ ਇਹ ਗੱਲ ਯਾਦ ਰੱਖੋ ਕਿ ਸਰਕਾਰ ਨੇ ਧੱਕੇ ਨਾਲ ਇਹ 2 ਬਿੱਲ ਪਾਸ ਕਰਾਏ ਨੇ ਔਰ ਆਪਣੇ ਪ੍ਰੈਜ਼ੀਡੈਂਟ ਕੋਲ ਭੇਜੇ ਨੇ। ਇਹ ਮੁਮਕਿਨ ਨਹੀਂ ਕਿ ਪ੍ਰੈਜ਼ੀਡੈਂਟ ਪਾਸ ਨਾ ਕਰੇ, ਮੀਅਰ ਫਾਰਮੈਲਿਟੀ ਹੈ ਮੇਰੇ ਹਿਸਾਬ ਦੇ ਨਾਲ। ਹੁਣ ਜੇ ਆਪਾਂ ਸੁਪਰੀਮ ਕੋਰਟ ਦੇ ਦਰਵਾਜ਼ੇ ਦੇ ਉੱਤੇ ਦਸਤਕ ਦੇਣੀ ਹੈ ਇਸ ਕਿਸਾਨ ਮਾਰੂ ਕਾਨੂੰਨ ਦੇ ਖਿਲਾਫ, ਤੇ ਬਹੁਤ ਵਾਜਬ ਹੈ, ਜ਼ਰੂਰੀ ਵੀ ਹੈ। ਜ਼ੁਲਮ ਦੇ ਖਿਲਾਫ ਆਵਾਜ਼ ਚੁੱਕਣੀ ਅਸਲੀ ਧਰਮ ਹੈ। ਲੇਕਿਨ ਇੰਨਾ ਯਾਦ ਰਹੇ ਕਿ ਸਰਕਾਰੀਆ ਕਮਿਸ਼ਨ ਪਿੱਟਦਾ ਮਰ ਗਿਆ। ਔਰ ਸਰਕਾਰੀਆ ਕਮਿਸ਼ਨ ਸਭ ਤੋਂ ਵੱਡਾ ਰਖਵਾਲਾ ਹੈ ਸਟੇਟਾਂ ਦੀਆਂ ਤਾਕਤਾਂ ਦਾ, ਫੈਡਰਲ ਸਟਰਕਚਰ ਦਾ। ਉਹ ਪਿੱਟਦਾ ਮਰ ਗਿਆ ਕਿ ਭਾਈ ਐਂਟਰੀ 3334 ਕੌਨਕਰੈਂਟ ਲਿਸਟ, ਜਿਹੜੀ ਸਾਂਝੀ ਲਿਸਟ ਹੈ ਸਟੇਟ ਤੇ ਸੈਂਟਰ ਦੀ, ਉਹ ਪਾਵਰ ਦਿੰਦੀ ਹੈ ਸੈਂਟਰ ਨੂੰ ਐਗਰੀਕਲਚਰ ਦੇ ਉੱਤੇ ਕੋਈ ਲਾਅ ਬਣਾਉਣ ਦੀ। ਔਰ ਇਹ ਬੜਾ ਘਾਤਕ ਹੈ। ਇੰਨਾ ਹੀ ਨਹੀਂ, ਇਟਸ ਨਾਟ ਐਜ਼ ਬੈਡ ਐਜ਼ ਇਟ ਲੁਕਸ, ਇਟ ਇਜ਼ ਵਰਸ, ਕਿਉਂਕਿ ਆਰਟੀਕਲ 249 ਆਫ ਦੀ ਕਨਸਟੀਟਿਊਸ਼ਨ empowers them and gives them overriding power। overriding power ਦਿੰਦਾ ਹੈ ਕਿ ਸਟੇਟ ਦੀ ਕਿਸੇ ਵੀ ਲਿਸਟ ਦੇ ਉੱਤੇ ਉਹ ਲਾਅ ਬਣਾ ਸਕਦੇ ਆ। ਇਹਦੀਆਂ ਸ਼ਿਕਾਇਤਾਂ ਨੇ, ਤੁਸੀਂ ਦੇਖੋ ਤਾਮਿਲਨਾਡੂ ਔਰ ਵੈਸਟ ਬੰਗਾਲ ਵਰਗੇ ਉੱਗੇ ਜਿਹੜੇ ਸਟੇਟ ਨੇ, ਉਹਨਾਂ ਨੇ ਸਰਕਾਰੀਆ ਕਮਿਸ਼ਨ ਨੂੰ ਲਿਖ ਕੇ ਦਿੱਤਾ ਹੈ ਕਿ ਇਹ ਐਂਟੀ ਸਟੇਟ ਹੈ। ਇਹ ਇੰਨੀਆਂ ਐਬਸੋਲੂਟ ਪਾਵਰਸ ਨੇ ਕਿ ਸਟੇਟ ਦੀ ਹਰ ਤਾਕਤ ਦਾ ਹਨਨ ਕਰਦੀਆਂ ਨੇ। ਔਰ ਐਸਾ ਆਰਟੀਕਲ 249 ਫੈਡਰਲ ਸਟਰਕਚਰ ਵਾਲੇ ਕਿਸੇ ਮੁਲਕ ਦੇ ਵਿੱਚ ਐਂਟੀ ਸਟੇਟ ਕਾਨੂੰਨ ਹੈ ਨਹੀਂ। ਹੁਣ ਤੁਸੀਂ ਮੈਨੂੰ ਦੱਸੋ, ਇਹਨਾਂ ਹਾਲਾਤਾਂ ਦੇ ਵਿੱਚ ਕੀ ਸੁਪਰੀਮ ਕੋਰਟ ਆਰਟੀਕਲ 249 ਨੂੰ ਇਗਨੋਰ ਕਰ ਦੂ ਔਰ ਪੰਜਾਬ ਦਾ ਪੱਖ ਪੂਰੂ? ਸੰਭਵ ਤੇ ਹੈ, ਪਰ ਸੰਭਾਵਨਾ ਬਹੁਤ ਘੱਟ ਹੈ। ਪੋਸੀਬਲ ਬਟ ਨਾਟ ਪ੍ਰੋਬੇਬਲ। ਸਾਡੀ ਪੱਗ ਨੂੰ ਹੱਥ ਪਾਇਆ, ਸਾਡੇ ਵਕਾਰ ਨੂੰ ਲਲਕਾਰਿਆ, ਪਰ ਇਹਨਾਂ ਸਭ ਚੀਜ਼ਾਂ ਦੇ ਬਾਵਜੂਦ ਇੱਕ ਮਿਹਰ ਬਰਸ ਰਹੀ ਹੈ। ਉਹ ਇਹ ਹੈ ਕਿ 3 ਕਰੋੜ ਪੰਜਾਬੀ, ਸਾਰੀਆਂ ਪੋਲੀਟੀਕਲ ਪਾਰਟੀਆਂ ਔਰ ਸਾਰੀਆਂ ਕਿਸਾਨ ਯੂਨੀਅਨਾਂ ਇੱਕ ਮੁੱਠ ਨੇ, ਇੱਕਜੁੱਟ ਨੇ, ਆਤੁਰ ਨੇ ਕਿ ਪੰਜਾਬ ਦੇ ਕਿਸਾਨ, ਪੰਜਾਬ ਦੀ ਅਣਖ, ਪੰਜਾਬ ਦੀ ਪਛਾਣ ਨੂੰ ਕਿੱਦਾਂ ਬਚਾਇਆ ਜਾਵੇ। ਇਹ ਸਮੇਂ ਦੀ ਮੰਗ ਹੈ
हर पंजाबी दी आवाज़ है कि एक कॉमन मिनिमम प्रोग्राम उलीकिया जाए और योजनाबद्ध तरीके दे नाल उलीकिया जाए। सही समय दे उत्ते आरंभ कीतियां हुईयां नीतियां फलदाई सिद्ध हुंदियां ने। साडे कोल सरमाया है बाबे नानक दा, और बाबा जी कहते हैं अपन हथी अपना आपे ही काज संवारीए। असीं तैयार रहिए, असीं हर आपदा लई तैयार रहिए। संगठित हुई शक्ति जित का कारण बनती है, विभाजित हुई शक्ति पतन का कारण बनती है। संघर्ष पंजाबियों का गहना है। किसानों दी मंडियां, MSP, किसानों के हकों के लिए जिहड़ा अंदोलन है उन्होंने बरकरार रखिए, जारी रखिए, उन्होंने होर वधेरे वधाइए। लेकिन किसानों दियां मौजूदा और आउण वालियां जिहड़ियां मुसीबतां दे उत्ते चिंतन करन लई, उन्हां दे हल कढण दे लई इस कॉमन मिनिमम प्रोग्राम दे विच अपना अपना योगदान पाइए। कोई ताकत जो होवे, कोई ताकत दे विच आवे, पुरजोर प्रयास दे नाल एक कॉमन मिनिमम प्रोग्राम सिरे चाढ़िया जाए। मेरा इस कॉमन मिनिमम प्रोग्राम दे लई पहला सुझाव यह है कि पंजाब दीयां सारियां पोलिटिकल पार्टियां, पंजाब दीयां सारियां किसान यूनियनां, पंजाब दा बच्चा बच्चा, पंजाब दे बजुर्ग, पंजाब दे जवान डट के इन्हां काले कानूनां दे विरोध करन, और जब तक रगां च लहू है तद तक लोआ लोआ आवाज देवे भी इन्हूं लागू नहीं होण देना। मेरा दूसरा सुझाव यह है, प्यारे पंजाबीओ, पंजाब सैकड़े करोड़ां दीयां दालां आटा दाल स्कीम वास्ते बाहरों इंपोर्ट करदा। तुसीं किसी यूनिवर्सिटी में देख लो, पंजाब यूनिवर्सिटी, पंजाब एग्रीकल्चर यूनिवर्सिटी, पंजाबी यूनिवर्सिटी, फाइलां ही पईयां, रिपोर्टां बन के, जिन्ने एक्सपर्ट ने सारे कहते हैं क्रॉप डाइवर्सिफिकेशन करो, भाई सब्जियां लाओ, फ्रूट लाओ, ऑयल सीड लाओ, ये सारियां चीज़ां तुसीं लाओ। लेकिन किसान बहुत सियाणा है। किसान झोना ते कणक इस करके लाउंदा है क्योंकि उन्होंने उत्थे MSP मिलती है। हुण मेरा ये मनना है कि जे पंजाब सरकार मिल्कफेड राहीं दुध के उत्ते MSP दे सकती है, और हिमाचल की सरकार सेबां दे उत्ते किसान नूं अशोर्ड इनकम MSP दे सकती है, तो फिर भाई दालां होण, चाहे ऑयल सीड होण, चाहे फ्रूट्स होण, चाहे वैजीटेबल्स होण, इन्हां उत्ते MSP क्यों नहीं दे सकती। मेरा ये मनना है कि पंजाब सरकार होल्डिंग कैपेसिटी देवे, किसान कोल्ड स्टोरेज बनावे जिथे वो अपनी उपज नूं स्टोर कर सके और बड़े पूंजीपतियों के अगे गोडे ना टिके। और इसे तरीके मैं विनम्र विनती करदा सारियां यूनियनां नूं कि वो अपने सुपने साकार करन। उन्हां दा जिहड़ा एजेंडा सी कई दशकां पुराना कि वो कोआपरेटिव बनाण, जिहड़ा कोआपरेटिव अमूल के नाम दे विच एडा सक्सैसफुल होया है, महाराष्ट्र दे विच एडे सक्सैसफुल होए ने, वो कोआपरेटिव बनाण, किसानां नूं अपने हिस्सेदार बनाउण, भागीदार बनाउण, और हक्कां दे किसान दे रखवाले बनण, और उन्होंने अशोर्ड इनकम वास्ते सेंटर मूरे और वड्डे पूंजीपतियां मूरे झुकना ना पवे, मोहताज ना होना पवे। अपना मुकद्दर उन्होंने हथ दे विच रहे, स्टेट गवर्नमेंट उन्होंने स्टोरेज कैपेसिटी देवे, उन्होंने अशोर्ड इनकम देवे, ताकि किसान कदे मोहताज ना होवे और बराबरी दे उत्ते अखां च अख पा के खड़े, ते किसान पंजाब दियां अपनियां पुश्तैनी मंडियां दा ते MSP दा पूरा पूरा लाहा लै सके। अज तो 2 साल पहला मैं रातां जाग के पुरजोर मेहनत करके यह जे कई सुझाव किसानों के हक दे पंजाब सरकार की बनाई हुई हक कमेटी च दे चुके, ताकि असीं अपने मुकद्दर नूं अपने हत्थां च रख सकीए, ना कि सेंटर दे या किसी पूंजीपति दे। बहादुर कद किसी का आसरा एहसान लेंदे ने, उसे नूं कर गुजरते हैं जो मन विच ठान लेंदे ने। मित्रों, लड़ाई जिन्नी जोश दी है उन्नी होश दी है। सामने वाला शातिर है पर देंगे शह मात। मैं कल नूं सड़क ते उतरूं अपना तिल फुल पाऊं, सरफरोशी की तमन्ना अब हमारे दिल में है, देखना है जोर कितना बाजू एक कातिल में है, वक्त आने पे बता देंगे तुझे ऐ आसमां, हम अभी से क्या बताएं क्या हम